ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ ਦੀ ਖੋਜ ਕਿਵੇਂ ਇੱਕ ਗਲਤੀ ਦੇ ਨਾਲ ਹੋਈ ਸੀ? ਅਮਰੀਕਾ ਦੇ ਮੂਲ ਨਿਵਾਸੀਆਂ ਨੂੰ ਰੈਡ ਇੰਡੀਅਨਸ ਕਿਉਂ ਕਿਹਾ ਜਾਂਦਾ ਹੈ? ਅਮਰੀਕਾ ਦਾ ਨਾਮ ਅਮਰੀਕਾ ਕਿਵੇਂ ਪਿਆ ਤੇ ਇਸ ਦੇ ਨਾਮ ਦੇ ਅੱਗੇ ਯੂਨਾਈਟਿਡ ਸਟੇਟ ਕਿਵੇਂ ਲੱਗਿਆ? ਕਿਸ ਤਰ੍ਹਾਂ ਅਮਰੀਕਾ ਦੇ ਵਿੱਚ ਗੁਲਾਮ ਪ੍ਰਥਾ ਦਾ ਅੰਤ ਹੋਇਆ? ਅਮਰੀਕਾ ਕਿਵੇਂ ਵਰਲਡ ਪਾਵਰ ਬਣਿਆ ਤੇ ਇਸ ਦਾ ਡਾਲਰ ਕਿਵੇਂ ਇੰਟਰਨੈਸ਼ਨਲ ਕਰੰਸੀ ਬਣਿਆ? ਅਜਿਹੀ ਅਮਰੀਕਾ ਦੇ ਨਾਲ ਜੁੜੇ ਹੋਏ ਰੌਚਕ ਤੱਥ ਜਾਣਨ ਲਈ ਜੁੜੇ ਰਹੋ। ਮੇਰਾ ਨਾਮ ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਤ ਟੀਵੀ। ਅਮਰੀਕਾ ਦਾ ਇਤਿਹਾਸ ਇੰਡੀਆ ਦੇ ਇਤਿਹਾਸ ਜਿੰਨਾ ਪੁਰਾਣਾ ਨਹੀਂ ਹੈ, ਭਾਵੇਂ ਕਿ ਇਨਸਾਨਾਂ ਨੇ ਅਮਰੀਕਾ ਦੇ ਵਿੱਚ ਹਜ਼ਾਰਾਂ ਸਾਲ ਪਹਿਲਾਂ ਵਸਣਾ ਸ਼ੁਰੂ ਕਰ ਦਿੱਤਾ ਸੀ, ਪਰ ਫਿਰ ਵੀ ਅਮਰੀਕਾ ਦੇ ਇਤਿਹਾਸ ਦੀ ਸ਼ੁਰੂਆਤ 1492 ਈਸਵੀ ਤੋਂ ਹੀ ਕੀਤੀ ਜਾਂਦੀ ਹੈ, ਜਦੋਂ ਕੋਲੰਬਸ ਨੇ ਇੰਡੀਆ ਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਗਲਤੀ ਦੇ ਨਾਲ ਅਮਰੀਕਾ ਦੀ ਖੋਜ ਕਰ ਲਈ ਸੀ। 1492 ਈਸਵੀ ਦੇ ਵਿੱਚ ਕੋਲੰਬਸ ਯੂਰਪ ਤੋਂ ਇੰਡੀਆ ਨੂੰ ਜਾਣ ਵਾਲਾ ਸਮੁੰਦਰੀ ਰਸਤਾ ਲੱਭਣ ਲਈ ਤੁਰ ਪਿਆ। ਉਸ ਨੂੰ ਪੂਰਾ ਯਕੀਨ ਸੀ ਕਿ ਧਰਤੀ ਗੋਲ ਹੈ ਤੇ ਪੱਛਮ ਵਾਲੇ ਰਸਤੇ ਸਮੁੰਦਰ ਵਿੱਚ ਦੀ ਜਾਣ ਦੇ ਨਾਲ ਉਹ ਜ਼ਰੂਰ ਭਾਰਤ ਪਹੁੰਚ ਜਾਵੇਗਾ। ਸਮੁੰਦਰੀ ਯਾਤਰਾ ਕਰਦਾ ਹੋਇਆ ਜਦੋਂ ਕੋਲੰਬਸ ਅਮਰੀਕੀ ਮਹਾਦੀਪ ਦੇ ਇੱਕ ਦੀਪ ਤੇ ਪਹੁੰਚਿਆ, ਉਸ ਨੂੰ ਲੱਗਿਆ ਉਹ ਭਾਰਤ ਦੇ ਕਿਸੇ ਦੀਪ ਦੇ ਉੱਤੇ ਪਹੁੰਚ ਗਿਆ ਹੈ। ਉਸ ਨੂੰ ਉੱਥੇ ਕਈ ਆਦੀਵਾਸੀ ਮਿਲੇ ਜੋ ਥੋੜੇ ਜਿਹੇ ਲਾਲ ਰੰਗ ਦੇ ਸਨ। ਕੋਲੰਬਸ ਨੇ ਉਹਨਾਂ ਨੂੰ ਭਾਰਤੀ ਲੋਕ ਸਮਝ ਕੇ ਰੈਡ ਇੰਡੀਅਨ ਦਾ ਨਾਮ ਦੇ ਦਿੱਤਾ ਤੇ ਇਹੀ ਰੈਡ ਇੰਡੀਅਨ ਲੋਕ ਅਮਰੀਕਾ ਦੇ ਮੂਲ ਨਿਵਾਸੀ ਲੋਕ ਸਨ। ਜਦੋਂ ਕੋਲੰਬਸ ਨੇ ਸਪੇਨ ਦੇ ਵਿੱਚ ਜਾ ਕੇ ਦੱਸਿਆ ਕਿ ਉਸਨੇ ਭਾਰਤ ਦੀ ਖੋਜ ਕਰ ਲਈ ਹੈ ਤਾਂ ਉਸ ਦੀ ਇਹ ਗੱਲ ਯੂਰਪ ਦੇ ਵਿੱਚ ਅੱਗ ਦੇ ਵਾਂਗ ਫੈਲ ਗਈ। ਉਸ ਤੋਂ ਬਾਅਦ ਕਈ ਹੋਰ ਯੂਰਪੀਅਨ ਦੇਸ਼ ਵੀ ਸਮੁੰਦਰ ਦੇ ਰਸਤੇ ਭਾਰਤ ਵਿੱਚ ਪਹੁੰਚਣ ਲਈ ਤਿਆਰੀ ਕਰਨ ਲੱਗੇ। ਕਹਾਣੀ ਦੇ ਵਿੱਚ ਮੋੜ ਉਦੋਂ ਆਇਆ ਜਦੋਂ ਐਮੀਰੋਗੋ ਵਿਸਪੋਜੀ ਖੋਜੀ ਯਾਤਰੀ ਨੇ ਦੱਸਿਆ ਕਿ ਕੋਲੰਬਸ ਨੇ ਜਿਸ ਭੂ ਭਾਗ ਨੂੰ ਲੱਭਿਆ ਹੈ ਉਹ ਇੰਡੀਆ ਨਹੀਂ ਕੋਈ ਹੋਰ ਹੀ ਦੇਸ਼ ਹੈ ਤੇ ਐਮਰੀਗੋ ਵਿਸਪੋਜੀ ਦੇ ਨਾਮ ਤੇ ਹੀ ਇਹ ਦੀਪਾਂ ਦਾ ਨਾਮ ਅਮਰੀਕਾ ਪੈ ਗਿਆ, ਜਿਹੜੇ ਕਿ ਬਾਅਦ ਦੇ ਵਿੱਚ ਉੱਤਰੀ ਅਤੇ ਦੱਖਣੀ ਅਮਰੀਕਾ ਕਹੇ ਜਾਣ ਲੱਗੇ। ਅਮਰੀਕੀ ਮਹਾਦੀਪਾਂ ਦੇ ਵਿੱਚ ਜਾਣਕਾਰੀ ਤੋਂ ਬਾਅਦ ਕਈ ਯੂਰਪੀਅਨ ਦੇਸ਼ਾਂ ਦੇ ਵਿੱਚ ਅਮਰੀਕਾ ਨੂੰ ਆਪਣਾ ਉਪਨਿਵੇਸ਼ ਬਣਾਉਣ ਦੀ ਹੋੜ ਮੱਚ ਗਈ, ਜਿਸ ਦੇ ਵਿੱਚ ਬ੍ਰਿਟੇਨ, ਸਪੇਨ ਤੇ ਫਰਾਂਸ ਸਭ ਤੋਂ ਅੱਗੇ ਸਨ। ਅੱਜ ਦੇ ਅਮਰੀਕਾ ਦੇ ਪੂਰਬੀ ਹਿੱਸੇ ਦੇ ਵਿੱਚ ਬ੍ਰਿਟੇਨ ਦੇ ਲੋਕਾਂ ਨੇ 13 ਆਪਣੀਆਂ ਅਲੱਗ-ਅਲੱਗ ਕਲੋਨੀਆਂ ਵਸਾ ਲਈਆਂ ਸਨ, ਜਿਹੜੀਆਂ ਕਿ ਬ੍ਰਿਟਿਸ਼ ਝੰਡੇ ਦੇ ਥੱਲੇ ਰਹਿ ਕੇ ਆਪਣਾ ਰਾਜ ਚਲਾਉਂਦੀਆਂ ਸਨ। ਇਹਨਾਂ 13 ਕਲੋਨੀਆਂ ਦੇ ਵਿੱਚ ਇੰਗਲੈਂਡ ਤੋਂ ਬਿਨਾਂ ਯੂਰਪ ਦੇ ਹੋਰ ਵੀ ਕਈ ਦੇਸ਼ਾਂ ਦੇ ਲੋਕ ਰਹਿੰਦੇ ਸਨ। ਸਮੇਂ-ਸਮੇਂ ਤੇ ਇਹਨਾਂ ਕਲੋਨੀਆਂ ਦੇ ਵਿੱਚ ਰਹਿਣ ਵਾਲੇ ਯੂਰਪੀਅਨ ਲੋਕਾਂ ਦਾ ਅਮਰੀਕਾ ਦੇ ਮੂਲ ਨਿਵਾਸੀ ਜਾਣੀ ਕਿ ਰੈਡ ਇੰਡੀਅਨਸ ਦੇ ਨਾਲ ਕਈ ਵਾਰ ਟਕਰਾਅ ਵੀ ਹੋਇਆ, ਜਿਹਦੇ ਵਿੱਚ ਯੂਰਪੀਅਨ ਲੋਕ ਅਮਰੀਕੀ ਮੂਲ ਨਿਵਾਸੀਆਂ ਨੂੰ ਹਰਾਉਣ ਦੇ ਵਿੱਚ ਕਾਮਯਾਬ ਵੀ ਹੋਏ। ਇਹ ਕਲੋਨੀਆਂ 1607 ਈਸਵੀ ਤੋਂ 1733 ਈਸਵੀ ਦੇ ਵਿੱਚ ਵਸੀਆਂ ਸਨ। ਅਮਰੀਕਾ ਦੇ ਪੂਰਬੀ ਹਿੱਸੇ ਦੇ ਵਿੱਚ ਵਸੀਆਂ 13 ਕਲੋਨੀਆਂ ਦੇ ਲੋਕ ਉਸ ਟਾਈਮ ਦੀ ਬ੍ਰਿਟੇਨ ਸਰਕਾਰ ਦੀਆਂ ਨੀਤੀਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਸਨ ਤੇ ਉਹਨਾਂ ਨੇ ਆਪਣੇ ਆਪ ਨੂੰ 4 ਜੁਲਾਈ 1776 ਨੂੰ ਇੱਕ ਆਜ਼ਾਦ ਸੁਤੰਤਰ ਰਾਸ਼ਟਰ ਐਲਾਨ ਕਰ ਦਿੱਤਾ, ਜਿਸ ਨੂੰ ਉਹਨਾਂ ਨੇ ਨਾਮ ਦਿੱਤਾ ਸੰਯੁਕਤ ਰਾਸ਼ਟਰ ਜਾਣੀ ਕਿ ਯੂਨਾਈਟਿਡ ਸਟੇਟ। ਲੰਮੇ ਯੁੱਧ ਤੋਂ ਬਾਅਦ ਇੰਗਲੈਂਡ ਤੇ ਫਰਾਂਸ ਦੀਆਂ ਸਰਕਾਰਾਂ ਨੇ ਇਹਨਾਂ 13 ਕਲੋਨੀਆਂ ਜਾਣੀ ਕਿ ਯੂਨਾਈਟਿਡ ਸਟੇਟ ਨੂੰ ਇੱਕ ਅਲੱਗ ਦੇਸ਼ ਦੀ ਮਾਨਤਾ ਦੇ ਦਿੱਤੀ ਤੇ ਇਸ ਤਰ੍ਹਾਂ ਜਨਮ ਹੋਇਆ ਜੀ ਅੱਜ ਦੇ ਪਾਵਰਫੁਲ ਦੇਸ਼ ਸੰਯੁਕਤ ਰਾਸ਼ਟਰ ਅਮਰੀਕਾ ਦਾ। 1788 ਈਸਵੀ ਦੇ ਵਿੱਚ ਅਮਰੀਕਾ ਨੇ ਆਪਣੇ ਸੰਵਿਧਾਨ ਨੂੰ ਲਾਗੂ ਕੀਤਾ ਤੇ ਜਾਰਜ ਵਾਸ਼ਿੰਗਟਨ ਇਸ ਦੇ ਪਹਿਲੇ ਰਾਸ਼ਟਰਪਤੀ ਬਣੇ। ਇੱਕ ਦੇਸ਼ ਬਣਨ ਤੋਂ ਬਾਅਦ ਅਮਰੀਕਾ ਨੇ ਪੱਛਮੀ ਦਿਸ਼ਾ ਵੱਲ ਆਪਣਾ ਏਰੀਆ ਵਧਾਉਣਾ ਸ਼ੁਰੂ ਕਰ ਦਿੱਤਾ। 1803 ਈਸਵੀ ਦੇ ਵਿੱਚ ਇਸ ਨੇ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਭੂ-ਭਾਗ ਲੂਸੀਆਨਾ ਨੂੰ ਫਰਾਂਸ ਤੋਂ ਖਰੀਦ ਲਿਆ ਤੇ ਇਸ ਤਰ੍ਹਾਂ ਸੰਯੁਕਤ ਰਾਸ਼ਟਰ ਅਮਰੀਕਾ ਦਾ ਖੇਤਰਫਲ ਲਗਭਗ 3 ਗੁਣਾ ਹੋ ਗਿਆ। ਅਮਰੀਕੀਆਂ ਨੇ ਉੱਥੋਂ ਦੇ ਮੂਲ ਨਿਵਾਸੀ ਜਾਣੀ ਕਿ ਰੈਡ ਇੰਡੀਅਨਸ ਨੂੰ ਵੀ ਉੱਥੋਂ ਖਦੇੜ ਦਿੱਤਾ ਤੇ ਮੈਕਸੀਕੋ ਨੂੰ ਵੀ ਯੁੱਧ ਦੇ ਵਿੱਚ ਹਰਾਉਣ ਤੋਂ ਬਾਅਦ ਅਮਰੀਕਾ ਦਾ ਏਰੀਆ ਅੱਜ ਦੇ ਏਰੀਏ ਜਿੰਨਾ ਹੋ ਗਿਆ। ਅਮਰੀਕੀ ਗ੍ਰਹਿ ਯੁੱਧ 1861 ਤੋਂ ਲੈ ਕੇ 1865 ਦੇ ਵਿੱਚ ਉੱਤਰੀ ਅਤੇ ਦੱਖਣੀ ਅਮਰੀਕੀ ਰਾਜਾਂ ਦੇ ਵਿੱਚ ਲੜਿਆ ਗਿਆ ਇੱਕ ਭਿਆਨਕ ਗ੍ਰਹਿ ਯੁੱਧ ਸੀ। ਇਹ ਯੁੱਧ ਦਾਸ ਪ੍ਰਥਾ ਜਾਣੀ ਕਿ ਗੁਲਾਮ ਪ੍ਰਥਾ ਨੂੰ ਲੈ ਕੇ ਹੋਇਆ ਸੀ। ਅਮਰੀਕਾ ਦੇ ਉੱਤਰੀ ਰਾਜ ਗੁਲਾਮ ਪ੍ਰਥਾ ਨੂੰ ਖਤਮ ਕਰਨਾ ਚਾਹੁੰਦੇ ਸਨ, ਜਦਕਿ ਅਮਰੀਕਾ ਦੇ ਦੱਖਣੀ ਰਾਜ ਅਜਿਹਾ ਨਹੀਂ ਚਾਹੁੰਦੇ ਸਨ। ਅਮਰੀਕਾ ਦੇ ਉੱਤਰੀ ਰਾਜਾਂ ਨੇ ਹੌਲੀ-ਹੌਲੀ ਗੁਲਾਮ ਪ੍ਰਥਾ ਨੂੰ ਖਤਮ ਕਰਨ ਦੇ ਨਵੇਂ ਕਾਨੂੰਨ ਬਣਾ ਲਏ ਸੀ, ਜਦਕਿ ਅਮਰੀਕਾ ਦੇ ਦੱਖਣੀ ਰਾਜ ਦੇ ਗੋਰੇ ਲੋਕ ਅਫਰੀਕਾ ਤੋਂ ਲਿਆਂਦੇ ਹੋਏ ਕਾਲੇ ਲੋਕਾਂ ਨੂੰ ਆਪਣੇ ਬਰਾਬਰ ਦੇ ਹੱਕ ਦੇਣ ਨੂੰ ਤਿਆਰ ਨਹੀਂ ਸਨ। ਦੱਖਣੀ ਰਾਜ ਅਮਰੀਕਾ ਤੋਂ ਅਲੱਗ ਹੋ ਕੇ ਆਪਣਾ ਇੱਕ ਨਵਾਂ ਦੇਸ਼ ਬਣਾਉਣਾ ਚਾਹੁੰਦੇ ਸਨ। 1861 ਦੇ ਵਿੱਚ ਅਬਰਾਹਮ ਲਿੰਕਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ, ਜਿਹੜੇ ਕਿ ਗੁਲਾਮ ਪ੍ਰਥਾ ਨੂੰ ਖਤਮ ਕਰਨ ਦੇ ਹੱਕ ਵਿੱਚ ਸਨ ਤੇ ਨਾਲ ਹੀ ਉਹ ਚਾਹੁੰਦੇ ਸਨ ਕਿ ਅਮਰੀਕਾ ਦੀ ਏਕਤਾ ਤੇ ਅਖੰਡਤਾ ਬਣੀ ਰਹੇ। ਗੁਲਾਮ ਪ੍ਰਥਾ ਨੂੰ ਲੈ ਕੇ ਅਮਰੀਕਾ ਦੇ ਉੱਤਰੀ ਅਤੇ ਦੱਖਣੀ ਰਾਜਾਂ ਦੇ ਵਿੱਚ 1961 ਦੇ ਵਿੱਚ ਭਿਆਨਕ ਗ੍ਰਹਿ ਯੁੱਧ ਸ਼ੁਰੂ ਹੋ ਗਿਆ, ਜਿਸ ਦੇ ਵਿੱਚ ਉੱਤਰੀ ਰਾਜਾਂ ਦੀ ਅਗਵਾਈ ਇਬਰਾਹਿਮ ਲਿੰਕਨ ਆਪ ਕਰ ਰਹੇ ਸਨ ਤੇ ਲੰਮਾ ਸਮਾਂ ਚੱਲੇ ਇਸ ਗ੍ਰਹਿ ਯੁੱਧ ਦੇ ਵਿੱਚ ਉੱਤਰੀ ਰਾਜਾਂ ਨੇ ਅਮਰੀਕਾ ਦੇ ਦੱਖਣੀ ਰਾਜਾਂ ਨੂੰ ਹਰਾ ਦਿੱਤਾ ਤੇ ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਗੁਲਾਮ ਪ੍ਰਥਾ ਦਾ ਵੀ ਅੰਤ ਹੋ ਗਿਆ। ਹੁਣ ਤੁਹਾਨੂੰ ਦੱਸਦੇ ਹਾਂ ਜੀ ਅਮਰੀਕਾ ਸੁਪਰ ਪਾਵਰ ਜਾਣੀ ਕਿ ਦੁਨੀਆ ਦੀ ਮਹਾਨ ਸ਼ਕਤੀ ਕਿਵੇਂ ਬਣਿਆ। ਦੁਨੀਆ ਦੀ ਸਭ ਤੋਂ ਤਕੜੀ ਆਰਮੀ ਤੇ ਦੁਨੀਆ ਦੀ ਸਭ ਤੋਂ ਤਕੜੀ ਇੰਟਰਨੈਸ਼ਨਲ ਕਰੰਸੀ ਤੇ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਵਾਲਾ ਦੇਸ਼ ਹੈ ਜੀ ਅੱਜ ਅਮਰੀਕਾ। ਅਮਰੀਕਾ ਨੂੰ ਸੁਪਰ ਪਾਵਰ ਬਣਾਉਣ ਵਾਲੇ 3 ਮੁੱਖ ਕਾਰਨ ਹਨ। ਇੱਕ ਹੈ ਅਮਰੀਕਾ ਦੀ ਇਕਨੋਮੀ ਦਾ ਸਟਰੋਂਗ ਹੋਣਾ ਤੇ ਦੂਜਾ ਅਮਰੀਕਾ ਦੀ ਕਰੰਸੀ ਦਾ ਇੰਟਰਨੈਸ਼ਨਲ ਬਣ ਜਾਣਾ
ਹਨ ਤੇ ਤੀਜਾ ਹੈ ਅਮਰੀਕਾ ਦਾ ਤਕਨੀਕੀ ਵਿਕਾਸ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਜੀ ਅਮਰੀਕਾ ਦੀ ਇਕਨੋਮੀ ਕਿਵੇਂ ਸਟਰੋਂਗ ਹੋਈ। ਜਦੋਂ ਅਮਰੀਕਾ ਬਣਿਆ ਤਾਂ ਉਸਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਬਣੇ ਤਾਂ ਉਸ ਟਾਈਮ ਅਮਰੀਕਾ ਦਾ ਇੰਨਾ ਦਬਦਬਾ ਨਹੀਂ ਸੀ ਕਿ ਉਹ ਵਰਲਡ ਲੈਵਲ ਤੇ ਆਪਣੀ ਕੋਈ ਪਹਿਚਾਣ ਬਣਾ ਸਕੇ। ਇਸ ਟਾਈਮ ਤੱਕ ਵੀ ਅਮਰੀਕਾ ਆਰਥਿਕ ਰੂਪ ਦੇ ਵਿੱਚ ਗਰੀਬ ਹੀ ਸੀ ਤੇ ਦੁਨੀਆ ਦੀ ਰਾਜਨੀਤੀ ਦੇ ਵਿੱਚ ਉਸ ਦੀ ਕੋਈ ਖਾਸ ਹੈਸੀਅਤ ਨਹੀਂ ਸੀ। ਪਰ ਅਮਰੀਕਾ ਨੂੰ ਡੱਚਮੈਨ ਤੇ ਅਬਰਾਹਮ ਲਿੰਕਨ ਜੇ ਦੂਰ ਦੀ ਸੋਚਣ ਵਾਲੇ ਰਾਸ਼ਟਰਪਤੀ ਮਿਲੇ। ਇਹਨਾਂ ਰਾਸ਼ਟਰਪਤੀਆਂ ਦੀਆਂ ਨੀਤੀਆਂ ਨੇ ਅਮਰੀਕਾ ਦਾ ਆਰਥਿਕ ਸੁਧਾਰ ਕੀਤਾ। ਇਸ ਦੇਸ਼ ਦੀ ਕਿਸਮਤ ਚਮਕੀ ਜਦੋਂ ਪਹਿਲਾ ਵਿਸ਼ਵ ਯੁੱਧ ਯਾਨੀ ਕਿ ਵਰਲਡ ਵਾਰ ਹੋਇਆ। ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਤੱਕ ਦੁਨੀਆ ਦੇ ਸਭ ਤੋਂ ਵੱਡੀਆਂ ਮਿੱਲਾਂ ਤੇ ਫੈਕਟਰੀਆਂ ਯੂਰਪ ਦੇ ਦੇਸ਼ਾਂ ਵਿੱਚ ਹੀ ਸਨ ਤੇ ਪਹਿਲਾਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮਾਲ ਯੂਰਪ ਤੋਂ ਹੀ ਦੂਜੇ ਦੇਸ਼ਾਂ ਦੇ ਵਿੱਚ ਪਹੁੰਚਦਾ ਸੀ। ਪਰ ਪਹਿਲੀ ਵਰਲਡ ਵਾਰ ਦੇ ਵਿੱਚ ਯੂਰਪ ਦੇ ਸਾਰੇ ਦੇਸ਼ਾਂ ਦਾ ਬਹੁਤ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਹੋ ਗਿਆ। ਬ੍ਰਿਟੇਨ, ਫਰਾਂਸ, ਜਰਮਨੀ, ਸਪੇਨ ਅਤੇ ਇਟਲੀ ਦੀਆਂ ਬਹੁਤ ਸਾਰੀਆਂ ਫੈਕਟਰੀਆਂ ਮੁਕੰਮਲ ਤੌਰ ਤੇ ਹੀ ਬੰਦ ਹੋ ਗਈਆਂ। ਇਹਨਾਂ ਦੇਸ਼ਾਂ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਸਨ ਤੇ ਇੱਥੋਂ ਦੀ ਜਨਤਾ ਦਾ ਦਿਵਾਲੀਆ ਨਿਕਲ ਗਿਆ ਸੀ। ਪਰ ਯੂਰਪ ਤੋਂ ਕਾਫੀ ਦੂਰ ਅਮਰੀਕਾ ਨੂੰ ਪਹਿਲੇ ਵਿਸ਼ਵ ਯੁੱਧ ਦੇ ਨਾਲ ਕੋਈ ਖਾਸ ਨੁਕਸਾਨ ਨਹੀਂ ਹੋਇਆ ਸੀ। ਯੂਰਪ ਦੇ ਦੇਸ਼ਾਂ ਦੇ ਵਿੱਚ ਜਿਹੜੇ ਬਿਜ਼ਨਸ ਦਾ ਅੰਤ ਹੋ ਗਿਆ ਸੀ ਉਹ ਸਾਰੇ ਬਿਜ਼ਨਸ ਅਮਰੀਕਾ ਦੇ ਵਿੱਚ ਮੁੜ ਤੋਂ ਸ਼ੁਰੂ ਹੋ ਗਏ ਤੇ ਪੂਰੇ ਵਰਲਡ ਦੇ ਵਿੱਚ ਤੇ ਯੂਰਪ ਦੇ ਵਿੱਚ ਜਿੰਨਾ ਵੀ ਮਾਲ ਸੀ ਹੁਣ ਉਹ ਅਮਰੀਕਾ ਤੋਂ ਹੀ ਪਹੁੰਚਣ ਲੱਗਾ ਤੇ ਇਹਨਾਂ ਉਦਯੋਗਾਂ ਦੇ ਕਾਰਨ ਅਮਰੀਕਾ ਦੇ ਕੋਲ ਇੰਨਾ ਜ਼ਿਆਦਾ ਪੈਸਾ ਆਇਆ ਕਿ ਉਹ ਇਕਨੋਮੀ ਲੈਵਲ ਤੇ ਦੁਨੀਆ ਦਾ ਸਭ ਤੋਂ ਪਾਵਰਫੁਲ ਦੇਸ਼ ਬਣ ਗਿਆ। ਪਰ ਅਮਰੀਕਾ ਦੇ ਯੂਐਸ ਡਾਲਰ ਦਾ ਵਰਲਡ ਕਰੰਸੀ ਬਣ ਜਾਣਾ ਉਸ ਦੇ ਵਿਕਾਸ ਦੇ ਵਿੱਚ ਇੱਕ ਨਵਾਂ ਕਦਮ ਸੀ। ਹੁਣ ਤੁਹਾਨੂੰ ਦੱਸਦੇ ਹਾਂ ਜੀ ਅਮਰੀਕਨ ਡਾਲਰ ਕਿਵੇਂ ਇੰਟਰਨੈਸ਼ਨਲ ਕਰੰਸੀ ਬਣ ਗਿਆ। ਅੱਜ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਦੁਨੀਆ ਦੇ ਵਿੱਚ ਹੋਣ ਵਾਲੀਆਂ 90% ਟ੍ਰਾਂਜੈਕਸ਼ਨਾਂ ਅਮਰੀਕਨ ਡਾਲਰ ਦੇ ਵਿੱਚ ਹੀ ਹੁੰਦੀਆਂ ਹਨ ਤੇ ਕਿਸੇ ਵੀ ਦੇਸ਼ ਦੀ ਇਕਨੋਮੀ ਇਸ ਆਧਾਰ ਤੇ ਤੈਅ ਕੀਤੀ ਜਾਂਦੀ ਹੈ ਕਿ ਉਸ ਦੇ ਫੋਰਨ ਰਿਜ਼ਰਵ ਦੇ ਵਿੱਚ ਕਿੰਨੇ ਅਮਰੀਕਨ ਡਾਲਰ ਹਨ। ਡਾਲਰ ਦੇ ਸਟਰੋਂਗ ਹੋਣ ਦੀ ਕਹਾਣੀ ਸਨ 1944 ਦੇ ਵਿੱਚ ਸ਼ੁਰੂ ਹੁੰਦੀ ਹੈ ਜਦੋਂ ਵਰਲਡ ਵਾਰ 2 ਆਪਣੇ ਆਖਰੀ ਦੌਰ ਦੇ ਵਿੱਚ ਸੀ। ਦੁਨੀਆ ਦੇ ਜ਼ਿਆਦਾਤਰ ਦੇਸ਼ ਦੋ ਵਰਲਡ ਵਾਰਾਂ ਦੇ ਚੱਲਦੇ ਲਗਭਗ ਤਬਾਹ ਹੋ ਗਏ ਸਨ। ਹੁਣ ਦੁਨੀਆ ਦੇ ਸਾਹਮਣੇ ਇੱਕ ਸਵਾਲ ਸੀ ਕਿ ਜਿਹੜੇ ਦੇਸ਼ ਤਬਾਹ ਹੋ ਗਏ ਹਨ ਉਹਨਾਂ ਦਾ ਕਿਵੇਂ ਮੁੜ ਤੋਂ ਵਿਕਾਸ ਕੀਤਾ ਜਾਵੇ। ਇਸ ਸਵਾਲ ਦਾ ਜਵਾਬ ਲੱਭਣ ਲਈ ਸਨ 1944 ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਕਾਨਫਰੰਸ ਬੁਲਾਈ ਗਈ ਜਿਸ ਨੂੰ ਕਿ ਬ੍ਰੈਟਨ ਵੁੱਡ ਕਾਨਫਰੰਸ ਕਿਹਾ ਜਾਂਦਾ ਹੈ ਤੇ ਇਸ ਕਾਨਫਰੰਸ ਦੇ ਵਿੱਚ ਲਗਭਗ ਦੁਨੀਆ ਦੇ ਸਾਰੇ ਦੇਸ਼ਾਂ ਦੇ ਹੀ ਪ੍ਰਤੀਨਿਧੀ ਪਹੁੰਚੇ ਸਨ ਤੇ ਇਸ ਕਾਨਫਰੰਸ ਦੇ ਵਿੱਚ ਹੀ ਦੁਨੀਆ ਨੂੰ ਬਦਲਣ ਵਾਲੇ ਫੈਸਲੇ ਲਏ ਗਏ। IMF ਤੇ ਵਰਲਡ ਬੈਂਕ ਨੂੰ ਬਣਾਉਣ ਦੇ ਫੈਸਲੇ ਵੀ ਇਹੀ ਮੀਟਿੰਗ ਦੇ ਵਿੱਚ ਲਏ ਗਏ। ਇਸ ਟਾਈਮ ਤੱਕ ਅਮਰੀਕਾ ਹੀ ਇੱਕ ਅਜਿਹਾ ਦੇਸ਼ ਸੀ ਜਿਸ ਨੂੰ ਦੋਨੇ ਵਰਲਡ ਵਾਰਾਂ ਦੇ ਦੌਰਾਨ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਸੀ ਤੇ ਉਸ ਦੀ ਇਕਨੋਮੀ ਵੀ ਇਸ ਟਾਈਮ ਤੱਕ ਪੂਰੀ ਤਰ੍ਹਾਂ ਨਾਲ ਸਥਿਰ ਸੀ। ਇਸ ਲਈ IMF ਤੇ ਵਰਲਡ ਬੈਂਕ ਦੇ ਵਿੱਚ ਹੋਣ ਵਾਲੇ ਸਾਰੇ ਟ੍ਰੇਡ ਨੂੰ ਅਮਰੀਕਨ ਡਾਲਰ ਦੇ ਵਿੱਚ ਕਰਨ ਦਾ ਫੈਸਲਾ ਲਿਆ ਗਿਆ ਤੇ ਬ੍ਰਿਟੇਨ ਦੀ ਸਪੋਰਟ ਦੇ ਨਾਲ ਅਮਰੀਕਨ ਡਾਲਰ ਇੰਟਰਨੈਸ਼ਨਲ ਕਰੰਸੀ ਬਣ ਗਿਆ। ਇਸ ਤੋਂ ਬਾਅਦ ਅਮਰੀਕਾ ਨੇ ਰੱਦੀ ਦੇ ਭਾਅ ਤੇ 골ਡ ਪ੍ਰੀਜ਼ਰਵ ਤੋਂ ਬਿਨਾਂ ਹੀ ਅਮਰੀਕਨ ਡਾਲਰ ਨੂੰ ਛਾਪਿਆ ਤੇ ਉਸ ਦੀ ਇਹ ਚਲਾਕੀ ਬਾਹਰ ਵੀ ਆ ਗਈ ਤੇ ਡਾਲਰ ਨੂੰ ਖਤਮ ਹੋਣ ਤੋਂ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਨੂੰ ਸੰਭਾਲ ਲਿਆ। ਉਹਨਾਂ ਨੇ ਇਸ ਨੂੰ ਸੰਭਾਲਿਆ ਹੀ ਨਹੀਂ ਬਲਕਿ ਇਸ ਨੂੰ ਹੋਰ ਸਟਰੋਂਗ ਵੀ ਬਣਾ ਦਿੱਤਾ। ਉਹ ਸਨ ਜੀ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ। ਰਿਚਰਡ ਨਿਕਸਨ ਇੱਕ ਦਿਮਾਗੀ ਇਨਸਾਨ ਸਨ। ਉਹ ਜਾਣਦੇ ਸਨ ਕਿ ਫਿਊਚਰ ਦੇ ਵਿੱਚ ਪੈਟਰੋਲੀਅਮ ਜਾਣੀ ਕਿ ਤੇਲ ਸੋਨੇ ਤੋਂ ਘੱਟ ਨਹੀਂ ਹੈ। ਇਸ ਦੇ ਲਈ ਉਹਨਾਂ ਨੇ ਸਾਊਦੀ ਅਰਬ ਤੇ ਹੋਰ ਵੀ ਖਾੜੀ ਦੇ ਜਿੰਨੇ ਦੇਸ਼ ਨੇ ਉਹਨਾਂ ਨੂੰ ਇਹ ਗੱਲ ਤੇ ਮਨਾ ਲਿਆ ਕਿ ਉਹ ਜਿੰਨੇ ਵੀ ਤੇਲ ਦੇ ਸੌਦੇ ਕਰਨ ਉਹ ਸਾਰੇ ਦੇ ਸਾਰੇ ਅਮਰੀਕਨ ਡਾਲਰ ਦੇ ਵਿੱਚ ਕਰਨ ਤੇ ਇਸ ਦੇ ਬਦਲੇ ਅਮਰੀਕਾ ਨੇ ਸਾਰੇ ਦੇਸ਼ਾਂ ਨੂੰ ਆਇਲ ਫੀਲਡ ਦੀ ਸਿਕਿਉਰਿਟੀ ਦੇਣ ਦਾ ਵਾਅਦਾ ਕੀਤਾ। ਪਰ ਸਿਕਿਉਰਿਟੀ ਕਿਸ ਤੋਂ? ਕਹਿ ਸਕਦੇ ਹਾਂ ਰਸ਼ੀਆ ਜੇ ਕੁਝ ਦੇਸ਼ਾਂ ਤੋਂ ਜਾਂ ਫਿਰ ਖੁਦ ਹੀ ਅਮਰੀਕਾ ਤੋਂ, ਕਿਉਂਕਿ ਇਹ ਖਾੜੀ ਦੇਸ਼ਾਂ ਨੂੰ ਸਿੱਧੀ ਧਮਕੀ ਸੀ ਜਾਂ ਤਾਂ ਤੁਸੀਂ ਸਾਡੀ ਗੱਲ ਮੰਨ ਲਓ ਜਾਂ ਫਿਰ ਯੁੱਧ ਦੇ ਲਈ ਤਿਆਰ ਰਹੋ ਤੇ ਖੁਦ ਨੂੰ ਬਚਾਉਣ ਲਈ ਖਾੜੀ ਦੇਸ਼ਾਂ ਨੂੰ ਅਮਰੀਕਾ ਦੀ ਇਹ ਗੱਲ ਮੰਨਣੀ ਪਈ। ਖਾੜੀ ਦੇਸ਼ਾਂ ਦਾ ਕੋਈ ਵੀ ਦੇਸ਼ ਜੇਕਰ ਇਹ ਕਰਾਰ ਨੂੰ ਤੋੜਨ ਬਾਰੇ ਸੋਚਦਾ ਹੈ ਤਾਂ ਉਸ ਨੂੰ ਗਦਾਫੀ ਅਤੇ ਸਦਾਮ ਹੁਸੈਨ ਦੀ ਯਾਦ ਆ ਜਾਂਦੀ ਹੈ ਤੇ ਇਸ ਦੇ ਲਈ ਹੀ ਇੰਟਰਨੈਸ਼ਨਲ ਆਇਲ ਦੇ ਸਾਰੇ ਸੌਦੇ ਅਮਰੀਕਨ ਡਾਲਰ ਦੇ ਵਿੱਚ ਹੁੰਦੇ ਹਨ। ਇਹ ਕਾਰਨ ਵੀ ਅਮਰੀਕਨ ਡਾਲਰ ਨੂੰ ਇੰਟਰਨੈਸ਼ਨਲ ਕਰੰਸੀ ਬਣਾਈ ਰੱਖਣ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਨੇ। ਅਮਰੀਕਾ ਦਾ ਵਰਲਡ ਪਾਵਰ ਬਣਨ ਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ ਇਸ ਦਾ ਤਕਨੀਕੀ ਵਿਕਾਸ। ਵਰਲਡ ਲੈਵਲ ਦੀਆਂ ਆਰਗੇਨਾਈਜੇਸ਼ਨ, ਕੰਪਨੀਆਂ, ਇੰਟਰਨੈਸ਼ਨਲ ਬਿਊਰੋ ਤੇ ਦੁਨੀਆ ਦੀ ਸਭ ਤੋਂ ਵੱਡੀ ਸਪੇਸ ਏਜੰਸੀ ਨਾਸਾ ਵੀ ਅਮਰੀਕਾ ਦੇ ਕੋਲ ਹੀ ਹਨ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਅਮਰੀਕਾ ਦੇ ਵਿੱਚ ਹੋਣ ਦੀ ਇੱਕ ਖਾਸ ਵਜ੍ਹਾ ਹੈ। ਉਹ ਖਾਸ ਵਜ੍ਹਾ ਹੈ ਜੀ ਮੈਨ ਪਾਵਰ। ਇਸ ਦੇਸ਼ ਨੇ ਹਮੇਸ਼ਾ ਹੀ ਦੁਨੀਆ ਦੇ ਬੁੱਧੀਜੀਵਾਂ ਨੂੰ ਆਪਣੇ ਵੱਲ ਖਿੱਚਿਆ ਹੈ। ਸਭ ਤੋਂ ਵਧੀਆ ਸੈਲਰੀ ਅਤੇ ਲਾਈਫ ਸਟਾਈਲ ਨੂੰ ਦੇਖ ਕੇ ਕਈ ਬੁੱਧੀਜੀਵੀ ਵੀ ਅਮਰੀਕਾ ਦੇ ਵਿੱਚ ਹੀ ਸੈਟਲ ਹੋ ਗਏ ਹਨ ਤੇ ਇਹੀ ਬੁੱਧੀਮਾਨ ਇਨਸਾਨਾਂ ਨੇ ਅਮਰੀਕਾ ਦੇ ਵਿੱਚ ਟੈਕਨੋਲੋਜੀ ਦਾ ਵਿਕਾਸ ਕੀਤਾ ਤੇ ਇਹ ਤਿੰਨ ਕਾਰਨਾਂ ਨੇ ਹੀ ਅਮਰੀਕਾ ਨੂੰ ਅੱਜ ਹਰ ਮਾਮਲੇ ਦੇ ਵਿੱਚ ਵਰਲਡ ਪਾਵਰ ਬਣਾ ਦਿੱਤਾ ਹੈ। ਇਹ ਸਨ ਜੀ ਅਮਰੀਕਾ ਦੇ ਨਾਲ ਜੁੜੇ ਹੋਏ ਕੁਝ ਰੌਚਕ ਤੱਥ ਤੇ ਉਹ ਵਰਲਡ ਪਾਵਰ ਕਿਵੇਂ ਬਣਿਆ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜਰੂਰ ਫੋਲੋ ਕਰਨਾ। ਧੰਨਵਾਦ।